ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਗੁਰ ਇਤਿਹਾਸ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ੁਭ ਵਿਵਾਹ ਆਨੰਦ ਕਾਰਜ ਹੁੰਦਾ ਹੈ। ਸਾਰੀ ਬਰਾਤ ਜਿਹੜੀ ਹੈ ਵਾਪਸ ਸੁਲਤਾਨਪੁਰ ਦੀ ਧਰਤੀ 'ਤੇ ਆਉਂਦੀ ਹੈ। ਉਸ ਤੋਂ ਬਾਅਦ ਮਹਿਤਾ ਕਲਿਆਣ ਦਾਸ ਜੀ ਆਖਦੇ ਨੇ ਕਿ ਨਾਨਕ ਸਾਨੂੰ ਹੁਣ ਤਲਵੰਡੀ ਜਾਣਾ ਚਾਹੀਦਾ ਹੈ। ਭਾਵੇਂ ਕਿ ਭਾਈਆ ਜ਼ੈ ਰਾਮ ਜੀ ਨੇ ਕਿਹਾ ਕਿ ਮਗਰੋਂ ਮੋਦੀ ਖਾਨੇ ਦਾ ਕੰਮ ਕੌਣ ਚਲਾਏਗਾ, ਪਰ ਉਸ ਵਕਤ ਵਿਚਾਰ ਕੀਤੀ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਸਾਥੀ ਸੀ ਉਹਨੂੰ ਸਾਰੀ ਜ਼ਿੰਮੇਵਾਰੀ ਸੌਂਪ ਕੇ ਤੇ ਬਰਾਤ ਜਿਹੜੀ ਹੈ ਉਹ ਸੁਲਤਾਨਪੁਰ ਤੋਂ ਚੱਲ ਕੇ ਤਲਵੰਡੀ ਵਾਲੇ ਪਾਸੇ ਨੂੰ ਤੁਰਦੀ ਹੈ। ਭਾਵ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਮਾਤਾ ਜੀ ਨੂੰ ਮਿਲ ਸਕਣ, ਉੱਥੇ ਜਾ ਕੇ ਬੇਦੀ ਕੁਲ ਦੇ ਲੋਕ ਜਿਹੜੇ ਸਨ ਉਹਨਾਂ ਦੇ ਨਾਲ ਮਿਲਾਪ ਹੋ ਸਕੇ, ਰਾਏ ਬੁਲਾਰ ਜੀ ਦੇ ਨਾਲ ਮਿਲਾਪ ਹੋ ਸਕੇ। ਇਸ ਕਰਕੇ ਕਾਲੂ ਜੀ ਦੇ ਕਹੇ ਅਨੁਸਾਰ ਸਾਰੇ ਜਾਣੇ ਫਿਰ ਮੰਨ ਕੇ ਇਹ ਗੱਲ ਸੁਲਤਾਨਪੁਰ ਤੋਂ ਤਲਵੰਡੀ ਨੂੰ ਤੁਰਦੇ ਹੈ। ਰਸਤੇ ਦੇ ਵਿੱਚ ਤੁਰਦਿਆਂ ਤੁਰਦਿਆਂ ਤਲਵੰਡੀ ਨੇੜੇ ਆ ਜਾਂਦਾ ਹੈ। ਉੱਥੇ ਫਿਰ ਕੀ ਕੁਝ ਹੋਵੇਗਾ, ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਸਾਨੂੰ ਦਰਸਾ ਰਹੇ ਹਨ। ਲੜੀਵਾਰ ਇਤਿਹਾਸ ਦੀ ਇਸ ਵਿਚਾਰ ਨਾਲ ਜੁੜਨ ਵਾਸਤੇ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਸਤਨਾਮ ਵਾਹਿਗੁਰੂ ਸਾਹਿਬ ਜੀ। ਕਵੀ ਸੰਤੋਖ ਸਿੰਘ ਕਹਿੰਦੇ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਸਮੁੱਚੀ ਬਰਾਤ ਜਿਹੜੀ ਸੀ ਉਹ ਤਲਵੰਡੀ ਨਗਰ ਦੇ ਬਿਲਕੁਲ ਨੇੜੇ ਆ ਗਈ ਸੀ, ਜਿੱਥੇ ਆਲੇ ਦੁਆਲੇ ਜਿਹੜੀ ਬੜੀ ਸੁੰਦਰਤਾ ਦਿਖਾਈ ਦੇ ਰਹੀ ਸੀ। ਕਹਿੰਦੇ ਜਿੱਥੇ ਚੌਹੀਂ ਪਾਸੀ ਬੜੇ ਸੁੰਦਰ ਬਾਜ਼ਾਰ ਬਣੇ ਹੋਏ ਸਨ, ਉੱਥੇ ਆਣ ਕੇ ਸਾਰੀ ਦੀ ਸਾਰੀ ਬਰਾਤ ਜਿਹੜੀ ਹੈ ਬੜੀ ਪ੍ਰਸੰਨ ਚਿੱਤ ਖੁਸ਼ੀ ਦੇ ਨਾਲ ਉੱਥੇ ਆਣ ਕੇ ਪਹੁੰਚ ਜਾਂਦੇ ਹਨ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਪਰ ਦੀ ਬਹੁਤ ਸਾਰਾ ਧਨ ਮਾਇਆ ਪਦਾਰਥ ਜਿਹੜੇ ਉਹ ਵਾਰੇ ਜਾ ਰਹੇ ਹੈ, ਵਰਖਾ ਕੀਤੀ ਜਾ ਰਹੀ ਹੈ। ਇੱਦਾਂ ਕਰਕੇ ਸਾਰੇ ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤ ਕਰ ਰਹੇ ਸਨ। ਕਹਿੰਦੇ ਇੱਦਾਂ ਕਰਕੇ ਫਿਰ ਬਰਾਤ ਬਿਲਕੁਲ ਪਿੰਡ ਦੇ ਨੇੜੇ ਆ ਗਈ ਤੇ ਨੇੜੇ ਆਣ ਕੇ ਸਾਰੇ ਲੋਕ ਜਿਹੜੇ ਸਨ ਉਹ ਫਿਰ ਵਧਾਈਆਂ ਦੇ ਰਹੇ ਸਨ। ਕਵੀ ਸੰਤੋਖ ਸਿੰਘ ਕਹਿੰਦੇ ਨੇ ਮਾਤ ਤ੍ਰਿਪਤਾ ਜੀ ਨੇ ਆਪਣੀ ਨੂੰਹ ਨੂੰ ਵੇਖਿਆ ਹੈ, ਭਾਵ ਮਾਤਾ ਸੁਲੱਖਣੀ ਜੀ ਨੂੰ ਦੇਖਿਆ ਹੈ। ਦੇਖ ਕੇ ਬੜੇ ਪ੍ਰਸੰਨ ਹੋਏ ਹਨ, ਖੁਸ਼ ਹੋਏ ਨੇ। ਉਹਨਾਂ ਨੇ ਬਹੁਤ ਸਾਰਾ ਧਨ ਜਿਹੜਾ ਸੀ ਉਹਨਾਂ ਦੇ ਉੱਪਰ ਦੀ ਵਾਰ ਦਿੱਤਾ ਹੈ। ਕਹਿੰਦੇ ਬਾਰ-ਬਾਰ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਸਤਿਕਾਰਯੋਗ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਆਪਣੀ ਨੂੰਹ ਮਾਤਾ ਸੁਲੱਖਣੀ ਜੀ ਦੇ ਉੱਪਰ ਦੀ ਬਾਰ-ਬਾਰ ਪਾਣੀ ਵਾਰ ਰਹੀ ਸੀ। ਅੱਜ ਵੀ ਇਹ ਰਿਵਾਜ ਸਾਡੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਹੈ, ਉਦੋਂ ਵੀ ਸੀ। ਕਹਿੰਦੇ ਮਾਤਾ ਤ੍ਰਿਪਤਾ ਜੀ ਇੱਦਾਂ ਕਰਕੇ ਫਿਰ ਪਾਣੀ ਵਾਰ ਰਹੀ ਸੀ। ਕਹਿੰਦੇ ਫਿਰ ਸਾਰੀਆਂ ਰਸਮਾਂ ਰਿਵਾਜ ਰੀਤੀਆਂ ਜਿਹੜੀਆਂ ਸੀ, ਸਾਰੇ ਸਗਨ ਜਿਹੜੇ ਸਨ ਉਹ ਜੋ ਵੀ ਕੁਲ ਦੇ ਮੁਤਾਬਕ, ਉਸ ਬੇਦੀ ਕੁਲ ਦੇ ਮੁਤਾਬਕ, ਰੀਤੀ ਦੇ ਮੁਤਾਬਕ ਕੀਤੇ ਜਾਂਦੇ ਸੀ, ਉਹ ਸਾਰੇ ਜਿਹੜੇ ਸਨ ਉਹ ਕੀਤੇ ਗਏ ਹਨ।
ਬੁਲਵਾਰੇ। ਕਵੀ ਸੰਤੋਖ ਸਿੰਘ ਕਹਿੰਦੇ ਮਾਤਾ ਨੇ ਕਿਹਾ ਮੈਂ ਬਲਹਾਰ ਜਾਂਦੀ ਹਾਂ ਇਸ ਪੁੱਤਰ ਤੋਂ, ਜਿਹੜੇ ਪੁੱਤਰ ਨੇ ਆਪ ਤੇ ਇਹ ਧਰਿਆ ਹੋਇਆ ਜਿਹਨੇ ਸਾਡੇ ਪਰਿਵਾਰ ਦੀਆਂ ਹੋਰ ਵੀ 21 ਕੁਲਾਂ ਜਿਹੜੀਆਂ ਹਨ ਉਹ ਤਾਰ ਦਿੱਤੀਆਂ ਹਨ, ਐਸੇ ਪੁੱਤਰ ਤੋਂ ਮੈਂ ਬਲਹਾਰ ਜਾਂਦੀ ਹਾਂ। ਸਖੜੀ ਕੋਨ ਨਿਜ ਸਾਸੂ ਧਰਿਓ ਚਰਨ ਮਸਤਕ ਆਸੂ। ਫਿਰ ਬਾਅਦ ਵਿੱਚ ਕਵੀ ਸੰਤੋਖ ਸਿੰਘ ਕਹਿੰਦੇ ਮਾਤਾ ਸੁਲੱਖਣੀ ਜੀ ਆਪਣੀ ਸੱਸ ਜਾਨੀ ਕਿ ਮਾਤਾ ਤ੍ਰਿਪਤਾ ਜੀ ਨੂੰ ਮਿਲਦੇ ਹੈ ਤੇ ਨਾਲ ਹੀ ਮਾਤਾ ਤ੍ਰਿਪਤਾ ਜੀ ਨੂੰ ਝੁਕ ਕੇ ਨਮਸਕਾਰ ਭਾਵ ਚਰਨਾਂ ਤੇ ਨਮਸਕਾਰ ਕਰਦੇ ਹਨ। ਮਾਤਾ ਤ੍ਰਿਪਤਾ ਜੀ ਨੇ ਅੱਗੋਂ ਫਿਰ ਗਲਵੱਕੜੀ ਪਾਈ ਹੈ, ਆਪਣੇ ਸੀਨੇ ਦੇ ਨਾਲ ਲਾ ਕੇ ਬੜਾ ਪਿਆਰ ਕੀਤਾ ਹੈ, ਨਾਲੇ ਬਹੁਤ ਸਾਰੀਆਂ ਜਿਹੜੀਆਂ ਆਸੀਸਾਂ ਦਿੱਤੀਆਂ ਹੈ ਤੇ ਨਾਲੇ ਮਾਂ ਪ੍ਰਸੰਨ ਹੋ ਰਹੀ ਹੈ। ਜਿੰਨੀਆਂ ਵੀ ਫਿਰ ਬੇਦੀ ਕੁਲ ਦੀਆਂ ਹੋਰ ਇਸਤਰੀਆਂ ਸਨ ਉਹ ਵੀ ਸਾਰੀਆਂ ਆਣ ਕੇ ਮਿਲੀਆਂ ਹਨ, ਉਹ ਵੀ ਸਾਰੀਆਂ ਵੇਖ ਵੇਖ ਕੇ ਜਿਹੜੀਆਂ ਬੜੀਆਂ ਪ੍ਰਸੰਨ ਹੋ ਰਹੀਆਂ ਸਨ। ਕਹਿੰਦੇ ਬਾਰ-ਬਾਰ ਮਾਤਾ ਤ੍ਰਿਪਤਾ ਜੀ ਨੂੰ ਜਿਹੜਾ ਹੈ ਉਹ ਵਧਾਈਆਂ ਦੇ ਰਹੀਆਂ ਸਨ ਤੇ ਮਾਤਾ ਤ੍ਰਿਪਤਾ ਜੀ ਜਿਹੜੇ ਸਨ ਉਹ ਖੁਸ਼ੀ ਦੇ ਵਿੱਚ ਫੁੱਲੇ ਨਹੀਂ ਸੀ ਸਮਾ ਰਹੇ, ਭਾਵ ਬਹੁਤ ਖੁਸ਼ ਹੋ ਰਹੇ ਸਨ। ਕਹਿੰਦੇ ਫਿਰ ਸਾਰੇ ਜਾਣੇ ਬੈਠ ਜਾਂਦੇ ਹਨ, ਬੈਠਣ ਤੋਂ ਬਾਅਦ ਇੱਕ ਦੂਜੇ ਦੀ ਸੁੱਖ ਸ਼ਾਂਤ ਜਿਹੜੀ ਉਹ ਪੁੱਛੀ ਜਾਂਦੀ ਹੈ, ਰਾਜੀ ਖੁਸ਼ੀ ਜਿਹੜੀ ਪੁੱਛੀ ਜਾਂਦੀ ਹੈ। ਸਾਰੇ ਜਾਣੇ ਜਿਹੜੇ ਸਨ ਉਹ ਬੜੇ ਪ੍ਰਸੰਨ ਹੋ ਕੇ ਇੱਕ ਦੂਸਰੇ ਦੇ ਨਾਲ ਇੱਦਾਂ ਗੱਲਾਂ ਕਰ ਰਹੇ ਸਨ। ਸ਼ੁਭ ਗੁਣਾਂ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਨ, ਜਿਨ੍ਹਾਂ ਦਾ ਚਿੱਤ ਹਿਰਦਾ ਬੜਾ ਕੋਮਲ ਹੈ, ਜਿਹੜੇ ਮਿੱਠੇ ਸੁਭਾਅ ਵਾਲੇ ਸਨ, ਉਹ ਸਾਰੇ ਲੋਕਾਂ ਦੇ ਵਿੱਚ ਬੈਠੇ ਹੋਏ ਬੜੇ ਸੋਹਣੇ ਲੱਗ ਰਹੇ ਸਨ। ਕਹਿੰਦੇ ਕਿ ਜਦੋਂ ਫਿਰ 2 ਘੜੀਆਂ ਦਾ ਸਮਾਂ ਬਤੀਤ ਹੋ ਗਿਆ ਨਾ, ਫਿਰ ਸਾਰੇ ਨਰ ਨਾਰੀ ਸਹਿਜੇ ਸਹਿਜੇ ਉੱਠਦੇ ਨੇ, ਆਪਣੇ ਆਪਣੇ ਘਰਾਂ ਨੂੰ ਜਿਹੜਾ ਉਹ ਤੁਰ ਪੈਂਦੇ ਹਨ। ਜਦੋਂ ਸਾਰੇ ਸ਼ਰੀਕੇ ਬਰਾਦਰੀ ਵਾਲੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ, ਫਿਰ ਮਹਿਤਾ ਕਲਿਆਣ ਦਾਸ ਜੀ ਆਖਦੇ ਨੇ, ਕਹਿੰਦੇ ਪੁੱਤਰ ਨਾਨਕ ਚੱਲ ਉੱਠ ਹੁਣ ਆਪਾਂ ਵੀ ਚੱਲੀਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿੱਧਰ ਨੂੰ ਜਾਣਾ ਹੈ? ਤੇ ਉਸ ਵਕਤ ਮਹਿਤਾ ਕਲਿਆਣ ਦਾਸ ਕਹਿੰਦੇ ਆਪਾਂ ਰਾਏ ਬੁਲਾਰ ਜੀ ਨੂੰ ਮਿਲ ਕੇ ਆਈਏ, ਉਹਨਾਂ ਨੂੰ ਮਿਲਣ ਵਾਸਤੇ ਜਾਣਾ ਹੈ। ਕਹਿੰਦੇ ਇਸ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਾਚਾ ਲਾਲੂ ਜੀ ਨੇ ਜਾ ਕੇ ਰਾਏ ਬੁਲਾਰ ਨੂੰ ਇਸ ਗੱਲ ਦੀ ਖਬਰ ਦੇ ਦਿੱਤੀ ਸੀ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਹਨ ਇੱਥੇ ਪੁੱਜ ਗਏ ਹਨ। ਕਹਿੰਦੇ ਕਿ ਉਸ ਵਕਤ ਰਾਏ ਬੁਲਾਰ ਜਿਹੜਾ ਆਪਣੀ ਸਭਾ ਲਾ ਕੇ ਬੈਠਾ ਹੋਇਆ ਸੀ, ਨਾਲੇ ਫਿਰ ਲਾਲੂ ਜੀ ਦੇ ਕੋਲੋਂ ਵਿਆਹ ਦੀ ਸਾਰੀ ਸੁੱਖ ਸ਼ਾਂਤ ਜਿਹੜੀ ਹੈ ਉਹ ਪੁੱਛ ਰਿਹਾ ਸੀ। ਇੰਨਾ ਚਿਰ ਨੂੰ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਨਾਲ ਉੱਥੇ ਪੁੱਜ ਜਾਂਦੇ ਹਨ। ਜਿਹੜਾ ਰਾਏ ਬੁਲਾਰ ਕਿੰਨੇ ਸਮੇਂ ਤੋਂ ਵਿਛੋੜੇ ਦੇ ਵਿੱਚ ਤੜਫ ਰਿਹਾ ਸੀ, ਉਹਦਾ ਵਿਛੋੜਾ ਦੂਰ ਕਰਨ ਵਾਸਤੇ ਸਤਿਗੁਰੂ ਜਾ ਕੇ ਉਹਨੂੰ ਦਰਸ਼ਨ ਦਿੰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੇਖ ਕੇ ਰਾਏ ਬੁਲਾਰ ਜੀ ਦਾ ਅੰਗ ਅੰਗ ਜਿਹੜਾ ਸੀ ਫਰਕਣ ਲੱਗ ਗਿਆ, ਭਾਵ ਖੁਸ਼ ਹੋ ਗਿਆ ਹੈ, ਪ੍ਰਸੰਨ ਹੋਇਆ ਤੇ ਮਿਲਣ ਵਾਸਤੇ ਉਸੇ ਵੇਲੇ ਉੱਠ ਪਿਆ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮੁਖੜਾ ਤੇ ਐਵੇਂ ਸੀ ਜਿਵੇਂ ਚੰਦਰਮਾ ਹੁੰਦਾ ਹੈ, ਤੇ ਚੰਦਰਮਾ ਦੇ ਨਾਲ ਪ੍ਰੀਤ ਜਿਹੜੀ ਚਕੋਰ ਦੀ ਹੁੰਦੀ ਹੈ। ਕਹਿੰਦੇ ਰਾਏ ਬੁਲਾਰ ਜੀ ਚਕੋਰ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖੜੇ ਵੱਲ ਤੱਕ ਰਹੇ ਸਨ।
ਕਹਿੰਦੇ ਫਿਰ ਕੋਲ ਜਾ ਕੇ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਖੜ੍ਹਦੇ ਹਨ ਤੇ ਰਾਏ ਬੁਲਾਰ ਜੀ ਜਿਹੜੇ ਸਨ ਉਹ ਉਸ ਵਕਤ ਨਮਸਕਾਰ ਕਰਨ ਵਾਸਤੇ ਝੁਕਣ ਲੱਗਦੇ ਹਨ। ਕਹਿੰਦੇ ਦੋਵਾਂ ਜਾਣਿਆਂ ਨੇ ਇੱਕ ਦੂਸਰੇ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਭਾਵ ਗਲਵਕੜੀ ਦੇ ਵਿੱਚ ਲੈ ਕੇ ਜੱਫੀ ਪਾਈ ਹੈ। ਦੋਵੇਂ ਜਾਣੇ ਬੜੇ ਪ੍ਰਸੰਨ ਸਨ। ਰਾਏ ਬੁਲਾਰ ਜੀ ਦੀਆਂ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਨਾਲ ਜਿਹੜੇ ਪ੍ਰੇਮ ਦੇ ਹੰਝੂ ਸਨ ਉਹ ਵਗ ਰਹੇ ਸਨ। ਕਹਿੰਦੇ ਇੱਦਾਂ ਕਰਕੇ ਫਿਰ ਦੋਵੇਂ ਜਾਣੇ ਜਦੋਂ ਬੈਠ ਜਾਂਦੇ ਹਨ, ਆਲੇ ਦੁਆਲੇ ਜਿਹੜੇ ਸਨ ਉਹ ਬਾਕੀ ਦੇ ਲੋਕ ਜਿਹੜੇ ਸਨ ਉਹ ਵੀ ਬੈਠੇ ਹੋਏ ਸਨ। ਰਾਏ ਬੁਲਾਰ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਆਰ ਵਿੱਚ ਭਿੱਜੇ ਹੋਏ, ਉਹਨਾਂ ਦੇ ਮੂੰਹ ਦੇ ਵਿੱਚੋਂ ਕੋਈ ਬੋਲ ਵੀ ਨਹੀਂ ਸੀ ਨਿਕਲ ਰਿਹਾ। ਉਹਨਾਂ ਦੇ ਕੋਲੋਂ ਇਉਂ ਲੱਗ ਰਿਹਾ ਸੀ ਜਿਵੇਂ ਬੋਲਣ ਵਾਸਤੇ ਸ਼ਬਦ ਜਿਹੜੇ ਸਨ ਉਹ ਵੀ ਖਤਮ ਹੋ ਗਏ ਹੋਣ। ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਇੱਦਾਂ ਕਰਕੇ ਇੱਕ ਘੜੀ ਫਿਰ ਦੋਵੇਂ ਜਾਣੇ ਚੁੱਪ ਕਰਕੇ ਬੈਠੇ ਰਹਿੰਦੇ ਹਨ। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਰਾਏ ਬੁਲਾਰ ਜੀ ਜਿਹੜੇ ਸਨ ਉਹ ਪੁੱਛਦੇ ਹਨ ਕਿ ਦੱਸੋ ਫਿਰ ਵਿਆਹ ਦੇ ਬਾਰੇ ਕੀ ਕੁਝ ਹੋਇਆ, ਕਿੱਦਾਂ ਦਾ ਉੱਥੇ ਆਨੰਦ ਕਾਰਜ ਹੋਇਆ, ਕੀ ਕੁਝ ਹੋਇਆ। ਉਹ ਸਾਰਾ ਜੋ ਕੁਝ ਉੱਥੇ ਵਰਤਾਂਤ ਵਾਪਰਿਆ ਹੈ ਉਹ ਸਾਰੇ ਦਾ ਸਾਰਾ ਮੈਨੂੰ ਜਿਹੜਾ ਉਹ ਦੱਸਣਾ ਕਰੋ। ਕਵੀ ਸੰਤੋਖ ਸਿੰਘ ਕਹਿੰਦੇ ਇੰਨਾ ਚਿਰ ਨੂੰ ਕਿ ਅਜੇ ਰਾਏ ਬੁਲਾਰ ਜੀ ਨੇ ਪੁੱਛਿਆ ਹੀ ਹੈ ਵੀ ਕੀ ਕੁਝ ਹੋਇਆ ਉੱਥੇ। ਜਾਂ ਤੇ ਕਾਲੂ ਜੀ ਦੱਸਦੇ ਜਾਂ ਲਾਲੂ ਜੀ ਦੱਸਦੇ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਜਿਨ੍ਹਾਂ ਨੇ ਦੱਸਣਾ ਸੀ ਕਿ ਉੱਥੇ ਇਹ ਕੁਝ ਹੋਇਆ। ਕਹਿੰਦੇ ਅਜੇ ਉਹ ਤੇ ਬੋਲੇ ਹੀ ਨਹੀਂ ਹੈ ਤੇ ਲਾਗੋਂ ਮਰਦਾਨਾ ਖੜਾ ਸੀ, ਉਹ ਛੇਤੀ ਦੇ ਨਾਲ ਬੋਲਦਾ ਏ। ਕੀ ਆਖਦਾ ਹੈ? ਰਾਏ ਜੀ ਸੁਣੋ, ਮੈਂ ਤੁਹਾਨੂੰ ਦੱਸਦਾ ਹਾਂ ਉੱਥੇ ਕੀ ਕੁਝ ਹੁੰਦਾ ਹੈ। ਮਰਦਾਨਾ ਕਹਿੰਦਾ ਰਾਏ ਜੀ ਸੁਣੋ, ਸੁਲਤਾਨਪੁਰ ਦੀ ਗਲੀ ਗਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ੋਭਾ ਹੁੰਦੀ ਹੈ। ਹਰ ਬੰਦਾ ਇਸਤਰੀ ਸਾਰੇ ਜਾਣੇ ਜਿਹੜੇ ਸਨ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਸ ਗਾ ਰਹੇ ਸਨ। ਕਹਿੰਦੇ ਦੌਲਤ ਖਾਂ ਲੋਧੀ ਜਿਹੜਾ ਸੁਲਤਾਨਪੁਰ ਦਾ ਨਵਾਬ ਹੈ ਨਾ, ਉਹਨੇ ਜੋ ਕੁਝ ਆਪਣੀ ਇੱਛਾ ਧਾਰਨ ਕੀਤੀ ਉਹ ਸਾਰਾ ਕੁਝ ਇੱਛਾ ਦੇ ਨਾਲ ਉਹਨੇ ਜਿਹੜਾ ਉਹ ਕੁਝ ਨਾ ਕੁਝ ਸਤਿਗੁਰੂ ਦੇ ਵਾਸਤੇ ਕੁਝ ਦੇਣ ਦਾ ਯਤਨ ਹੀ ਕੀਤਾ ਹੈ। ਕਹਿੰਦੇ ਉਹਦੇ ਕੋਲੋਂ ਬੜੀਆਂ ਕੀਮਤੀ ਤੋਂ ਕੀਮਤੀ ਚੀਜ਼ਾਂ ਲੈ ਕੇ ਫਿਰ ਉਹ ਜਿਹੜੀ ਬਰਾਤ ਸੀ ਉਹ ਚੜ੍ਹੀ ਹੈ, ਜਿਹੜੀ ਬੜੀ ਸੋਹਣੀ ਲੱਗ ਰਹੀ ਸੀ ਤੇ ਉਹਦਾ ਢਕਾ ਜਿਹੜਾ ਸੀ ਉਹ ਵੀ ਬੜਾ ਸੋਹਣੇ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਗਿਆ ਸੀ। ਮਰਦਾਨਾ ਆਖ ਰਿਹਾ ਰਾਏ ਜੀ ਸੁਣੋ, ਮਹਿਤਾ ਕਲਿਆਣ ਦਾਸ ਜੀ ਨੇ ਵੀ ਬਹੁਤ ਸਾਰੇ ਪੈਸੇ ਜਿਹੜੇ ਸਨ ਇਸ ਵਿਆਹ ਦੇ ਉੱਪਰ ਖਰਚ ਕਰ ਦਿੱਤੇ। ਸਾਰੇ ਪਾਸੇ ਬੜੀ ਸੁੰਦਰਤਾ ਬਣੀ ਹੋਈ ਸੀ, ਆਨੰਦ ਬਣਿਆ ਹੋਇਆ ਸੀ, ਇਹ ਕਾਰਜ ਬੜਾ ਸੋਹਣਾ ਲੱਗ ਰਿਹਾ ਸੀ। ਮਰਦਾਨਾ ਕਹਿੰਦਾ ਰਾਏ ਜੀ ਦੋਵਾਂ ਹੀ ਧਿਰਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਪ੍ਰੇਮ ਸੀ, ਪ੍ਰੇਮ ਰੱਖਿਆ ਹੋਇਆ ਸੀ ਤੇ ਸੱਚ ਇਹ ਸੀ ਕਿ ਇਹ ਇੱਕ ਬੜਾ ਸੋਹਣਾ ਔਰ ਸੁੰਦਰ ਕਾਰਜ ਜਿਹੜਾ ਸੀ ਨਾ ਇੱਕ ਦੂਸਰੇ ਦੀ ਖਿੱਚ ਦੇ ਨਾਲ ਨੇਪਰੇ ਜਿਹੜਾ ਉਹ ਚੜਿਆ ਸੀ। ਮਰਦਾਨਾ ਕਹਿੰਦਾ ਰਾਏ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਵਿਆਹ ਵੇਖੇ ਹੈ, ਕਿਉਂਕਿ ਉਹਦਾ ਕੰਮ ਹੀ ਸੀ, ਮਿਰਾਸੀ ਸੀ, ਜਾ ਕੇ ਲੋਕਾਂ ਦੀ ਸਿਫਤ ਕਰਕੇ ਪੈਸੇ ਇਕੱਠੇ ਕਰਦਾ ਸੀ। ਕਹਿੰਦੇ ਮੈਂ ਬਹੁਤ ਸਾਰੇ ਵਿਆਹ ਵੇਖੇ ਆ, ਵੱਡੇ ਤੋਂ ਵੱਡੇ ਲੋਕਾਂ ਦੇ ਵੇਖੇ, ਛੋਟੇ ਤੋਂ ਛੋਟੇ ਲੋਕਾਂ ਦੇ ਵੇਖੇ, ਪਰ ਆਹ ਜਿਹੜਾ ਵਿਆਹ ਹੈ ਨਾ ਇਹ ਬੜਾ ਖੁਸ਼ੀ ਦੇਣ ਵਾਲਾ ਸੀ, ਦੁਨੀਆ ਦੇ ਨਾਲੋਂ ਬੜਾ ਨਵੇਕਲਾ ਵਿਆਹ ਸੀ। ਕਹਿੰਦੇ ਕਿ ਇਹ ਸਾਰੀਆਂ ਗੱਲਾਂ ਸੁਣ ਕੇ ਰਾਏ ਬੁਲਾਰ ਜਿਹੜਾ ਬੜਾ ਖੁਸ਼ ਹੋਇਆ ਏ, ਉਹਨੂੰ ਬੜਾ ਸੁੱਖ ਨਸੀਬ ਹੋਇਆ, ਉਹਨੂੰ ਚੰਗਾ ਲੱਗਾ ਸਾਰਾ ਕੁਝ ਸੁਣ ਕੇ ਤੇ ਬੜਾ ਪ੍ਰਸੰਨ ਹੁੰਦਾ ਹੈ।
ਮਿਲ ਕੇ ਘਰ ਆਵਣ। ਇਦਾਂ ਕਰਕੇ ਫਿਰ ਰਾਏ ਬੁਲਾਰ ਜੀ ਨੇ ਵੀ ਧੰਨ ਧੰਨ ਕਿਹਾ। ਇਹ ਵੀ ਕਿਹਾ ਕਿ ਕਾਲੂ ਤੂੰ ਵੀ ਧੰਨ ਹੈ, ਕਿਉਂਕਿ ਤੇਰੇ ਘਰ ਦੇ ਵਿੱਚ ਸ਼ਰਮੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਹਨ ਉਹ ਬਿਰਾਜਮਾਨ ਹਨ, ਇਸ ਕਰਕੇ ਤੂੰ ਵੀ ਧੰਤਾ ਦੇ ਯੋਗ ਹੈ। ਜਨਕ ਕਰ ਜਨਨ ਸਵਾਰੇ ਬੈਠ ਟਿਕਟ ਕਹਿ ਲਿਹੋ ਨਿਵਾਰੇ। ਕਵੀ ਸੰਤੋਖ ਸਿੰਘ ਕਹਿੰਦੇ ਰਾਏ ਬੁਲਾਰ ਜੀ ਨੂੰ ਮਿਲਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਮਹਿਤਾ ਕਲਿਆਣ ਦਾਸ ਜੀ ਜਿਹੜੇ ਸਨ ਉਹ ਵਾਪਸ ਆ ਜਾਂਦੇ ਹਨ। ਘਰ ਦੇ ਵਿੱਚ ਆਣ ਕੇ ਬੈਠਦੇ ਨੇ, ਮਾਤਾ ਤ੍ਰਿਪਤਾ ਜੀ ਭੋਜਨ ਤਿਆਰ ਕਰਦੇ ਨੇ ਤੇ ਸਾਰਿਆਂ ਨੂੰ ਜਿਹੜਾ ਉਹ ਬੜੇ ਆਨੰਦ ਤੇ ਪਿਆਰ ਦੇ ਨਾਲ ਜਿਹੜਾ ਉਹ ਛਕਾਇਆ ਜਾਂਦਾ ਹੈ। ਸੰਜੋ ਅਚਿਓ ਕਿਰਪਾਲਾ ਗਏ ਤਲਪਨ ਬਿਦਰ ਬਸਾਲਾ। ਕਹਿੰਦੇ ਕਿ ਮਾਤਾ ਦੇ ਮਨ ਵਿੱਚ ਬਹੁਤ ਜ਼ਿਆਦਾ ਮੋਹ ਸੀ। ਮੋਹ ਦੇ ਵਿੱਚ ਵੱਜੇ ਹੋਏ ਮਾਤ ਤ੍ਰਿਪਤਾ ਜੀ ਜਿਹੜੇ ਸਨ ਬੜੇ ਆਨੰਦ ਦੇ ਨਾਲ ਸਾਰਿਆਂ ਨੂੰ ਭੋਜਨ ਛਕਾਉਂਦੇ ਐ ਤੇ ਫਿਰ ਜਿਹੜੇ ਨੇ ਸਾਰੇ ਜਾਣੇ ਆਪਣੇ ਆਪਣੇ ਬਸਤਰਾਂ ਦੇ ਉੱਪਰ ਜਾ ਕੇ ਲੇਟ ਜਾਂਦੇ ਹਨ। ਰਾਮ ਸਾਬੀਤੀ ਜੇ ਕੇ ਨਾ ਸੈਨਾ ਰਹੀ ਜਾਮ ਜਾਗੇ ਗੁਨੇਨਾ। ਕਹਿੰਦੇ ਰਾਤ ਪੈਣ ਦੇ ਉੱਪਰ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਰਾਮ ਕਰਨ ਵਾਸਤੇ ਸੌਂ ਜਾਂਦੇ ਐ, ਸਾਰਾ ਪਰਿਵਾਰ ਸੌਂ ਜਾਂਦਾ ਹੈ। ਦਿਨ ਚੜ੍ਹਦਾ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫੇਰ ਉੱਠਦੇ ਹਨ। ਰਾਮ ਕਰਨ ਸੋਚ ਕੀਨੇ ਇਸ਼ਨਾਨਾ ਪਹਿਰੇ ਤੀਰ ਸਰੀਰ ਸੁਹਾਨਾ। ਕਵੀ ਸੰਤੋਖ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਹੈ, ਫਿਰ ਆਪਣੇ ਤਨ ਦੇ ਉੱਪਰ ਸੁੰਦਰ ਬਸਤਰ ਜਿਹੜੇ ਸਨ ਉਹ ਧਾਰਨ ਕਰ ਲਏ ਹਨ। ਹੋਰ ਜਸ ਪਵਿੱਤਰਾ ਜੈਸੇ ਸੋਹਤ ਭਾਉਣ ਬਚਿਤਰਾ। ਕਹਿੰਦੇ ਕਿ ਉੱਠਦਿਆਂ ਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਮਾਤਮਾ ਮਾਲਕ ਜੀ ਦਾ ਜਸ ਗਾਇਨ ਕੀਤਾ, ਭਾਵ ਪਰਮਾਤਮਾ ਦੀ ਸਿਫਤੋ ਸਲਾਹ ਕੀਤੀ ਹੈ ਤੇ ਘਰ ਵਿੱਚ ਬੈਠ ਕੇ ਜਿਹੜੇ ਸਨ ਉਹ ਮਾਲਕ ਨੂੰ ਚੇਤੇ ਕਰ ਰਹੇ ਸਨ। ਬੜਾ ਸੋਹਣਾ ਉੱਥੇ ਮਾਹੌਲ ਜਿਹੜਾ ਬਣਿਆ ਹੋਇਆ ਸੀ। ਬੁਲਾਏ ਪ੍ਰੋਦਾ ਹਰਦੇ ਅੱਲਾ ਸ੍ਰੀ ਮੁਖ ਬੋਲੇ ਗਰਾ ਰਸਾਲਾ। ਕਹਿੰਦੇ ਕਿ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੰਡਤ ਹਰਦਿਆਲ ਜੀ ਨੂੰ ਸੱਦਿਆ ਹੈ। ਉਹੀ ਪੰਡਤ ਹਰਦਿਆਲ ਜਿਨ੍ਹਾਂ ਦੇ ਕੋਲ ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਪੜ੍ਹਨ ਵਾਸਤੇ ਵੀ ਗਏ, ਜਿਨ੍ਹਾਂ ਦੇ ਆਣ ਕੇ ਘਰ ਦੇ ਵਿੱਚ ਜਨੇਊ ਪਾਉਣ ਦੀ ਵੀ ਇੱਛਾ ਜਿਹੜੀ ਉਹ ਜ਼ਾਹਰ ਕੀਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦੋਂ ਉਹਨਾਂ ਨੂੰ ਉਪਦੇਸ਼ ਵੀ ਦਿੱਤਾ ਸੀ। ਉਹਨਾਂ ਨੂੰ ਸੁਨੇਹਾ ਭੇਜਿਆ ਤੇ ਉਹ ਜਿਹੜੇ ਸਨ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਆਉਂਦੇ ਸਨ। ਜਾਚੋ ਜੀ ਮਨ ਹੋਈ ਅਲਾਲਸ ਲਿਓ ਬੇਸੋ ਕੌਲ ਨਿਆਲਸ। ਉਸ ਵਕਤ ਜਿਹੜਾ ਸੀ ਉਹ ਬ੍ਰਾਹਮਣ ਨੂੰ ਦਾਨ ਦਿੱਤਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਪੰਡਤ ਜੀ ਜੋ ਤੁਸੀਂ ਮੰਗਣਾ ਹੋਵੇ ਉਹ ਮੰਗ ਲੈਣਾ ਕਰੋ, ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਜਿਹੜਾ ਸੰਗਣਾ ਨਹੀਂ ਕਰਨਾ, ਝਿਜਕਣਾ ਨਹੀਂ ਕਰਨਾ, ਤੁਸੀਂ ਜੋ ਮੰਗਣਾ ਮੰਗ ਸਕਦੇ ਹੋ। ਕਹਿੰਦੇ ਕਿ ਪੰਡਤ ਹਰਦਿਆਲ ਜੀ ਦੇ ਹੱਥ ਜੁੜ ਜਾਂਦੇ ਐ। ਹੱਥ ਜੁੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦਾ ਵੀ ਤੁਸੀਂ ਤੇ ਗਰੀਬਾਂ ਦੇ ਦਾਤੇ ਹੋ, ਗਰੀਬਾਂ ਦੇ ਉੱਪਰ ਜਿਹੜਾ ਤੁਸੀਂ ਕਿਰਪਾ ਕਰਨ ਵਾਲੇ ਹੋ। ਕਹਿੰਦਾ ਕਿ ਮੈਂ ਤੇ ਆਪਣੇ ਮਨ ਵਿੱਚ ਤੁਹਾਡੀ ਮਹਿਮਾ ਜਿਹੜੀ ਹੈ ਉਹਨੂੰ ਜਾਣ ਗਿਆ ਹਾਂ, ਤੁਹਾਡੀ ਕਿੰਨੀ ਵਡਿਆਈ ਹੈ ਉਹਨੂੰ ਸਮਝ ਗਿਆ ਹਾਂ, ਪਰ ਬਹੁਤੀ ਨਹੀਂ ਸਮਝ ਸਕਿਆ, ਉਹਨਾਂ ਕੀ ਸਮਝ ਸਕਿਆ ਹਾਂ ਜਿੰਨੀ ਕੁ ਆਪ ਜੀ ਨੇ ਬੁੱਧੀ ਜਿਹੜੀ ਹੈ ਨਾ ਉਹ ਬਖਸ਼ਿਸ਼ ਕੀਤੀ ਹੈ ਤੇ ਉਹਦੇ ਮੁਤਾਬਕ ਮੈਂ ਤੁਹਾਡੇ ਦਰਸ਼ਨਾਂ ਦੀ ਲਾਲਸਾ ਰੱਖਦਾ ਸਾਂ। ਪੰਡਤ ਹਰਦਿਆਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤ ਕਰਦਿਆਂ ਕਹਿਣ ਲੱਗਿਆ, ਕਹਿੰਦਾ ਵੀ ਤੁਸੀਂ ਕਾਰਨ ਕਰਨੋ, ਭਾਵ ਕਾਰਨ ਵੀ ਤੁਸੀਂ ਹੋ ਤੇ ਕਰਦੇ ਵੀ ਤੁਸੀਂ ਹੋ। ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਹੋ ਜਾਣਾ ਤੇ ਇੱਕ ਹੁੰਦਾ ਉਹ ਕੰਮ ਹੋਣ ਵਾਸਤੇ ਕੋਈ ਕਾਰਨ ਬਣਨਾ। ਤੇ ਉਹ ਜਿਹੜਾ ਕਾਰਨ ਬਣਨਾ ਹੈ ਨਾ, ਸੱਚ ਹੈ ਕਿ ਉਹ ਕਾਰਨ ਬੰਦਾ ਕੰਮ ਤੇ ਕਰ ਸਕਦਾ ਲੇਕਿਨ ਕਾਰਨ ਪੈਦਾ ਨਹੀਂ ਕਰ ਸਕਦਾ। ਕਾਰਨ ਰੱਬ ਦੇ ਹੱਥ ਵਿੱਚ ਹੈ। ਆਪਾਂ ਸਤਿਗੁਰੂ ਦੀ ਬਾਣੀ ਦਾ ਪਾਵਨ ਬਚਨ ਪੜ੍ਹਦੇ, ਮਹਾਰਾਜ ਕਹਿੰਦੇ ਕਾਰਨ ਕਰਤੇ ਵਸ ਹੈ। ਜਿਹੜਾ ਕਾਰਨ ਹੈ ਨਾ ਉਹ ਰੱਬ ਦੇ ਹੱਥ ਵਿੱਚ ਹੈ। ਪੰਡਤ ਹਰਦਿਆਲ ਕਹਿਣ ਲੱਗਿਆ, ਕਹਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦਾ ਕਾਰਨ ਵੀ ਤੁਸੀਂ ਹੋ ਤੇ ਕਰਨ ਵਾਲੇ ਵੀ ਤੁਸੀਂ ਹੋ। ਤੁਸੀਂ ਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਆਪ ਹੀ ਕਰਤਾ ਹੋ, ਭਾਵ ਤੁਸੀਂ ਪਰਮਾਤਮਾ ਦਾ ਸਰੂਪ ਹੋ। ਪਰਮੇਸ਼ਰ ਪਾਰ ਬ੍ਰਹਮ ਪੁਰਾਤਨ ਪਰਮ ਪ੍ਰਾਵਰ ਨਾਥ ਸਨਾਤਨ। ਕਹਿੰਦੇ ਕਿ ਤੁਸੀਂ ਪਰਮਾਤਮਾ ਦਾ ਸਰੂਪ ਹੋ, ਨਿਰੰਕਾਰ ਵੀ ਤੁਸੀਂ ਹੋ
ਤੇ ਆਦਿ ਕਾਲ ਤੋਂ ਲੈ ਕੇ ਤੁਸੀਂ ਹੀ ਸਾਰਿਆਂ ਦੇ ਵਿੱਚ ਬਿਰਾਜਮਾਨ ਹੋ। ਭਾਵ ਤੁਸੀਂ ਉੱਤਮ ਪੁਰਖ ਹੋ, ਵੱਡੇ ਪੁਰਖ ਹੋ ਤੁਸੀਂ। ਸੱਚ ਦਾ ਆਨੰਦ ਮੁਕੰਦਾ ਤਵ ਲੀਨਾ ਭਗਤਨ ਸੁਖ ਕੰਦਾ। ਕਵੀ ਸੰਤੋਖ ਸਿੰਘ ਕਹਿੰਦੇ ਪੰਡਤ ਹਰਦਿਆਲ ਸਿਫਤ ਕਰਦੇ ਆ, ਕਹਿੰਦੇ ਤੁਸੀਂ ਪਰਮ ਸੱਤ ਹੋ, ਭਾਵ ਪਰਮਾਤਮਾ ਦਾ ਸਰੂਪ, ਤੁਸੀਂ ਆਨੰਦ ਸਰੂਪ ਹੋ, ਭਾਵ ਪਰਮਾਤਮਾ ਦਾ ਸਰੂਪ, ਤੁਸੀਂ ਮੁਕਤੀ ਦਾਤੇ ਹੋ, ਤੁਸੀਂ ਇਹ ਸਾਰੇ ਗੁਣ ਜਿਹੜੇ ਹਨ ਆਪ ਜੀ ਦੇ ਵਿੱਚ ਬਿਰਾਜਮਾਨ ਹਨ। ਜਗ ਜੋ ਪਵਿੱਤ ਜਵੇ ਤੁਮ ਦੀਨੋ ਤਬ ਮਾਮਾ ਨੇਸਤਰ ਕੀਨੋ। ਪੰਡਤ ਹਰਦਿਆਲ ਕਹਿਣ ਲੱਗੇ ਜਦੋਂ ਦਾ ਤੁਸੀਂ ਮੈਨੂੰ ਉਪਦੇਸ਼ ਦਿੱਤਾ ਹੈ ਨਾ, ਉਦੋਂ ਦਾ ਮੇਰਾ ਮਨ ਜਿਹੜਾ ਹੈ ਨਾ ਅਡੋਲ ਹੋ ਗਿਆ। ਹੁਣ ਮੇਰਾ ਮਨ ਕਿਧਰੇ ਵੀ ਡੋਲਦਾ ਨਹੀਂ ਹੈ। ਲਾਲਸਾ ਕੀ ਉਰ ਪੂਰੀ ਦੇਖੀ ਮੈਂ ਲੀਨਾ ਤੁਮਰੂ ਲੀਨਾ ਤੁਮਰੂ। ਕਵੀ ਸੰਤੋਖ ਸਿੰਘ ਕਹਿੰਦੇ ਪੰਡਤ ਹਰਦਿਆਲ ਕਹਿੰਦਾ ਸਤਿਗੁਰੂ ਮੇਰੇ ਮਨ ਵਿੱਚ ਕੋਈ ਇੱਛਾ ਹੀ ਨਹੀਂ ਰਹੀ ਕਿ ਮੈਂ ਆਪ ਜੀ ਦੇ ਕੋਲੋਂ ਕੁਝ ਮੰਗ ਸਕਾਂ। ਮੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਉਹ ਖਤਮ ਹੋ ਗਈਆਂ ਹਨ। ਬੈਸ ਬਕਾ ਬਲਹੀਨਾ ਆਪਦੀ ਜੀ ਮੁਝ ਐ ਬੇਸ ਬਕੀਨਾ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਪੰਡਤ ਹਰਦਿਆਲ ਕਹਿਣ ਲੱਗਿਆ ਕਿ ਮੈਨੂੰ ਲਾਲਸਾ ਕੋਈ ਨਹੀਂ, ਧਨ ਕੋਈ ਨਹੀਂ ਚਾਹੀਦਾ, ਮਾਇਆ ਕੋਈ ਨਹੀਂ ਚਾਹੀਦੀ, ਬਸ ਹੁਣ ਇੱਕੋ ਹੀ ਕਿਰਪਾ ਕਰੋ ਕਿ ਮੇਰਾ ਸਰੀਰ ਜਿਹੜਾ ਉਹ ਬਜ਼ੁਰਗ ਹੋ ਗਿਆ ਹੈ ਤੇ ਮੈਨੂੰ ਕਿਰਪਾ ਕਰਕੇ ਮੁਕਤੀ ਦੀ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕਰ ਦੇਵੋ। ਮਿਲੀ ਬਾਣੀ ਸੁਨ ਕਾਨਾ ਹੱਸ ਬੋਲੇ ਸ਼੍ਰੀ ਕਿਰਪਾ ਨਿਧਾਨਾ। ਜਦੋਂ ਪੰਡਤ ਹਰਦਿਆਲ ਨੇ ਇਹ ਗੱਲ ਕਹਿਣੀ ਕੀਤੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੀ ਗੱਲ ਸੁਣਦੇ ਹਨ ਤੇ ਆਪਣੇ ਮੁਖ ਦੇ ਵਿੱਚੋਂ ਥੋੜਾ ਜਿਹਾ ਮੁਸਕਰਾਉਂਦੇ ਹਨ। ਧਨ ਬ੍ਰਿਪ ਬਾਲ ਬੁੱਧ ਤੁਮਾਰੀ ਤਨ ਹੋਮੇ ਕੀ ਸੁਰਤ ਬਸਾਰੀ। ਕਵੀ ਸੰਤੋਖ ਸਿੰਘ ਕਹਿੰਦੇ ਸਤਿਗੁਰੂ ਨੇ ਕਿਹਾ ਵੀ ਪੰਡਤ ਜੀ ਤੁਸੀਂ ਆਪਣੇ ਅੰਦਰ ਦੀ ਹਉਮੈ ਜਿਹੜੀ ਹੈ ਨਾ ਉਹਨੂੰ ਖਤਮ ਕਰ ਚੁੱਕੇ ਹੋ, ਭਾਵ ਉਹਨੂੰ ਮਾਰ ਚੁੱਕੇ ਹੋ। ਤਰਹਿ ਬੈ ਸਰੀਰਾ ਕੌਣ ਅਪਵਾਹਕ ਪਾਏ ਮਤ ਧੀਰਾ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਿ ਸੱਚਮੁੱਚ ਥੋੜੀ ਜੀ ਆਜੂ ਜਿਹੜੀ ਤੁਹਾਡੀ ਬਾਕੀ ਬਚੀ ਹੈ, ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈ ਉਹ ਮੁਕਤੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇਗੀ। ਕਵੀ ਸੰਤੋਖ ਸਿੰਘ ਕਹਿੰਦੇ ਨਾਲੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਡਤ ਹਰਦਿਆਲ ਨੂੰ ਬਹੁਤ ਸਾਰਾ ਧਨ ਜਿਹੜਾ ਸੀ ਉਹ ਵੀ ਦੇਣਾ ਕੀਤਾ, ਭਾਵ ਦਾਨ ਦੇ ਰੂਪ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਦੇ ਦੇਣਾ ਕੀਤਾ। ਕਵੀ ਸੰਤੋਖ ਸਿੰਘ ਕਹਿੰਦੇ ਇਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਕੇ ਗਿਆਨ ਪ੍ਰਾਪਤ ਕਰਕੇ ਪੰਡਤ ਹਰਦਿਆਲ ਆਪਣੇ ਘਰ ਨੂੰ ਚਲਾ ਜਾਂਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਪੰਡਤ ਹਰਦਿਆਲ ਤੋਂ ਬਾਅਦ ਮੌਲਵੀ ਪਾਂਧਾ ਤੇ ਵੈਦ ਜਿਹੜੇ ਸਨ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਵੀ ਗਿਆਨ ਸਮਝਾਉਣਾ ਕੀਤਾ ਸੀ, ਪਹਿਲਾਂ ਵੀ ਉਪਦੇਸ਼ ਦਿੱਤਾ ਸੀ, ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਆਉਂਦੇ ਹਨ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਦਾ ਰੰਗ ਪਹਿਲਾਂ ਹੀ ਚੜ੍ਹਿਆ ਹੋਇਆ ਸੀ। ਜਦੋਂ ਵੈਦ ਆਇਆ ਸੀ ਸਤਿਗੁਰੂ ਨੇ ਉਦੋਂ ਉਹਨੂੰ ਵੀ ਉਪਦੇਸ਼ ਦਿੱਤਾ ਸੀ, ਪਾਂਧੇ ਨੂੰ ਵੀ ਉਪਦੇਸ਼ ਦਿੱਤਾ ਸੀ, ਮੌਲਵੀ ਦੇ ਕੋਲੋਂ ਅਰਬੀ ਫਾਰਸੀ ਪੜ੍ਹਨ ਗਏ ਸੀ ਉਹਨੂੰ ਵੀ ਉਪਦੇਸ਼ ਦਿੱਤਾ ਸੀ। ਉਹ ਸਾਰੇ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸ਼ਰਧਾਲੂ ਬਣ ਚੁੱਕੇ ਸਨ, ਉਹ ਵੀ ਸਤਿਗੁਰੂ ਨੂੰ ਮਿਲਣ ਵਾਸਤੇ ਆਉਂਦੇ ਹਨ। ਉਹ ਵੀ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕਰਦੇ ਹਨ ਕਿ ਸਤਿਗੁਰੂ ਤੁਸੀਂ ਸੁੰਦਰ ਸਰੂਪ ਵਾਲੇ ਹੋ, ਜਨਮ ਮਰਨ ਤੋਂ ਰਹਿਤ ਹੋ, ਆਪ ਜੀ ਦੇ ਮੁਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਜਿਹੜਾ ਉਹ ਸੱਚ ਹੈ। ਕਵੀ ਸੰਤੋਖ ਸਿੰਘ ਕਹਿੰਦੇ ਸਤਿਗੁਰੂ ਨੇ ਉਹਨਾਂ ਨੂੰ ਵੀ ਬੜੇ ਆਦਰ ਦੇ ਨਾਲ ਆਪਣੇ ਕੋਲ ਬਿਠਾਇਆ ਤੇ ਉਹਨਾਂ ਦੀ ਜਿਹੜੀ ਹੈ ਉਹ ਸੁੱਖ ਸ਼ਾਂਤ ਜਿਹੜੀ ਉਹ ਪੁੱਛਣਾ ਕੀਤੀ ਹੈ। ਇਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕਰਦੇ ਹੋਏ ਉਹ ਲੋਕ ਜਿਹੜੇ ਸਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਬਚਨ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਹੋ ਕੇ ਆਖ ਰਹੇ ਸਨ, ਕਹਿੰਦੇ ਕਿ ਇਹ ਜਿਹੜਾ ਜੀਵ ਹੈ, ਜਿਹੜਾ ਭਿਆਨਕ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਮਨੁੱਖ ਦਾ ਹਿਰਦਾ ਬਾਰ-ਬਾਰ ਸੜਦਾ ਏ, ਬਾਰ-ਬਾਰ ਵਿਆਕੁਲ ਹੁੰਦਾ ਏ, ਦੁੱਖ ਭੋਗਦਾ ਏ।
ਇਹਦੇ ਤੋਂ ਕੋਈ ਵਿਰਲਾ ਜਿਹੜਾ ਹੈ ਉਹੀ ਬਚ ਸਕਦਾ ਹੈ। ਸਾਧਨ ਹੇਤ ਸੇਤ ਤੈ ਭਾਰਾ ਕਿਰਪਾ ਧਾਰ ਲੀਨੋ ਅਵਤਾਰਾ। ਉਹ ਸਾਰੇ ਜਾਣੇ ਸਤਿਗੁਰੂ ਦੀ ਵਡਿਆਈ ਕਰਦਿਆਂ ਕਹਿ ਰਹੇ ਸਨ ਕਿ ਜੇ ਸੰਸਾਰ ਸਮੁੰਦਰ ਤੋਂ ਬਚਣਾ ਹੈ, ਪਾਰ ਹੋਣਾ ਹੈ, ਤੇ ਉਹਦੇ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੋ, ਜਿਨ੍ਹਾਂ ਦੇ ਉੱਪਰ ਤੁਸੀਂ ਕਿਰਪਾ ਕਰ ਦੇਵੋ ਉਹ ਬਚ ਸਕਦਾ ਏ। ਬਾਕੀ ਸਾਰੇ ਇਹ ਸੰਸਾਰ ਸਮੁੰਦਰ ਦੇ ਵਿੱਚ ਸੜਦੇ ਜਾ ਰਹੇ ਹਨ। ਜਿਹੜਾ ਮਰਜ਼ੀ ਪੜ੍ਹੋ। ਚਰਨ ਮਾਨੇ ਅਨੁਮਾਨ ਕਰਤ ਸਮ ਸਦਹੀ ਜਗਤ ਪ੍ਰਗਾਸ ਕਰੋ ਕਬ ਹੀ। ਇਦਾਂ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰਕੇ ਕਹਿ ਰਹੇ ਸਨ ਕਿ ਸਾਡੇ ਉੱਪਰ ਵੀ ਕਿਰਪਾ ਕਰੋ ਤੇ ਸਾਡੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਜਿਹੜਾ ਉਹ ਕਰ ਦੇਣਾ ਕਰੋ। ਪ੍ਰਕਾਰ ਕਹਿ ਕਾਰ ਬਚ ਬੋਲੇ ਪਿਖਤ ਰੂਪ ਜਨ ਲੋਚਨ ਡੋਲੇ। ਇਦਾਂ ਕਰਕੇ ਨਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਹ ਦਰਸ਼ਨ ਕਰ ਰਹੇ ਸਨ, ਨਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਿਦਾਰੇ ਕਰ ਰਹੇ ਸਨ ਤੇ ਬੜੇ ਪਿਆਰ ਦੇ ਨਾਲ ਸਤਿਗੁਰੂ ਨੂੰ ਤੱਕ ਰਹੇ ਸਨ। ਭਾਉ ਕਰ ਸਦਨ ਸਦਾਈ ਜਿਨ ਮਨ ਭਗਤ ਰਖੇ ਸੁਖ ਪਾਏ। ਕਵੀ ਸੰਤੋਖ ਸਿੰਘ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬਚਨ ਬਿਲਾਸ ਕਰਨ ਤੋਂ ਬਾਅਦ ਉਹ ਜਿਹੜੇ ਸਨ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕਹਿੰਦੇ ਇਹਨਾਂ ਚਿਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਨ ਉਹ ਆਪਣੇ ਬਚਪਨ ਦੇ ਜਿਹੜੇ ਮਿੱਤਰ ਸਨ ਉਹਨਾਂ ਸਾਰਿਆਂ ਨੂੰ ਮਿਲਣ ਵਾਸਤੇ ਜਾਂਦੇ ਹੈ। ਇੱਕ ਇੱਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਨ ਉਹ ਜਾ ਕੇ ਮਿਲਦੇ ਹਨ। ਕਹਿੰਦੇ ਆਪਣੇ ਬਚਪਨ ਦੇ ਮਿੱਤਰਾਂ ਦੇ ਨਾਲ ਬੈਠ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਮਾਂ ਗੁਜ਼ਾਰਦੇ ਤੇ ਉਹ ਵੀ ਜਿਹੜੇ ਸਨ ਸਤਿਗੁਰੂ ਨੂੰ ਮਿਲ ਕੇ ਬੜੇ ਪ੍ਰਸੰਨ ਹੋ ਰਹੇ ਸਨ।